हाँ जी दोस्तों, ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਜੀਕੇ ਬੂਸਟਰ ਤੇ ਨਾਲ ਹੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋ। ਦੋਸਤੋ, ਅੱਜ ਦੀ ਇਸ ਕਲਾਸ ਵਿੱਚ ਅਸੀਂ ਕਰਨ ਜਾ ਰਹੇ ਹਾਂ ਪੰਜਾਬ ਸਟੇਟ ਦੇ ਪਿਛਲੇ ਸਾਲਾਂ ਦੇ ਪੇਪਰਾਂ ਵਿੱਚ ਆਏ ਹੋਏ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਉੱਤਰ। ਸੋ ਦੋਸਤੋ, ਤੁਸੀਂ ਸਾਡੇ ਚੈਨਲ ਜੀਕੇ ਬੂਸਟਰ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਣਾ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਨਾ ਵੀ ਨਾ ਭੁੱਲਣਾ ਤਾਂ ਜੋ ਤੁਹਾਨੂੰ ਫਿਊਚਰ ਵਿੱਚ ਅਪਲੋਡ ਕੀਤੀਆਂ ਜਾਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਸਮੇਂ ਸਿਰ ਮਿਲਦੇ ਰਹਿਣ। ਦੋਸਤੋ, ਅੱਜ ਦੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਯਾਦ ਕਰ ਲੈਂਦੇ ਹਾਂ ਸ਼ਹੀਦਾਂ ਦੇ ਸਰਤਾਜ ਸਰਦਾਰ ਊਧਮ ਸਿੰਘ ਜੀ ਨੂੰ। ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ। ਇਸ ਮੌਕੇ ਤੇ ਅਸੀਂ ਉਹਨਾਂ ਨੂੰ ਲੱਖ ਲੱਖ ਵਾਰ ਪ੍ਰਣਾਮ ਕਰਦੇ ਹਾਂ। ਦੋਸਤੋ, ਉਹਨਾਂ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਕਸਬੇ ਵਿੱਚ ਹੋਇਆ ਸੀ ਤੇ ਜ਼ਿਲ੍ਹਿਆਂਵਾਲਾ ਬਾਗ ਹੱਤਿਆਕਾਂਡ ਦਾ ਬਦਲਾ ਲੈਣ ਲਈ ਉਹਨਾਂ ਨੇ ਲੰਡਨ ਦੇ ਕੈਕਸਟਨ ਹਾਲ ਵਿਖੇ ਮਾਈਕਲ ਆਡਵਾਇਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ ਤੇ ਅੱਜ ਦੇ ਦਿਨ ਹੀ 26 ਜੁਲਾਈ 1940 ਨੂੰ ਉਹਨਾਂ ਨੂੰ ਪੌਂਟੋਵਿਲੇ ਜੇਲ੍ਹ ਵਿਖੇ ਜੋ ਲੰਡਨ ਵਿਖੇ ਹੈ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਸੀ। ਦੋਸਤੋ, ਸ਼ਹੀਦ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਨੇ, ਸੋ ਸਾਨੂੰ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਚਾਹੀਦਾ ਹੈ। ਸੋ ਦੋਸਤੋ, ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਕਲਾਸ। ਆਪਣਾ ਅੱਜ ਦਾ ਫਸਟ ਕੁਐਸਚਨ ਜੋ ਕਿ ਪੰਜਾਬ PCS ਦੇ ਪੇਪਰ ਵਿੱਚ ਪੁੱਛਿਆ ਗਿਆ ਸੀ, ਪੰਜਾਬ ਹੈਜ਼ ਦਾ ਜੀਓਗ੍ਰਾਫੀਕਲ ਇੰਡੀਕੇਟਰ ਟੈਗ ਫॉर ਵਿਚ ਆਫ ਦਾ ਫੋਲੋਇੰਗ ਪ੍ਰੋਡਕਟ। ਪੰਜਾਬ ਦਾ ਭੂਗੋਲਿਕ ਸੂਚਕ ਟੈਗ ਹੇਠ ਲਿਖੇ ਉਤਪਾਦਾਂ ਵਿੱਚੋਂ ਕਿਸ ਲਈ ਹੈ? ਆਪਸ਼ਨ ਨੇ, ਆਪਸ਼ਨ A ਹੈ ਫੁਲਕਾਰੀ, ਆਪਸ਼ਨ B ਕਟਰਾਨੀ ਚਾਵਲ, ਆਪਸ਼ਨ C ਸਿਰਸੀ ਸਪਾਰੀ ਜਾਂ ਫਿਰ ਆਪਸ਼ਨ D ਚੰਦੇਰੀ। ਤਾਂ ਦੋਸਤੋ, ਤੁਹਾਡਾ ਜੋ ਠੀਕ ਉੱਤਰ ਹੈ ਉਹ ਹੋ ਜਾਏਗਾ ਆਪਸ਼ਨ A ਫੁਲਕਾਰੀ। ਤਾਂ ਪੰਜਾਬ ਨੂੰ ਜੋ ਜੀਓਗ੍ਰਾਫੀਕਲ ਇੰਡੀਕੇਟਰ ਹੈ ਉਹ ਫੁਲਕਾਰੀ ਵਿੱਚ ਮਿਲਿਆ ਹੋਇਆ ਹੈ। ਹੁਣ ਆਪਾਂ ਦੇਖਦੇ ਹਾਂ ਕਿ ਜੀਓਗ੍ਰਾਫੀਕਲ ਇੰਡੀਕੇਟਰ ਕੀ ਹੁੰਦਾ ਹੈ। ਤਾਂ ਦੋਸਤੋ, ਜੀਓਗ੍ਰਾਫੀਕਲ ਇੰਡੀਕੇਟਰ ਇੱਕ ਉਤਪਾਦ ਤੇ ਵਰਤਿਆ ਜਾਣ ਵਾਲਾ ਚਿੰਨ੍ਹ ਹੈ ਜੋ ਕਿਸੇ ਖਾਸ ਭੂਗੋਲਿਕ ਸਥਾਨ ਤੋਂ ਉਤਪੰਨ ਹੁੰਦਾ ਹੈ। ਉਤਪਾਦ ਦੀ ਸ਼ਾਖ ਅਤੇ ਮੂਲ ਸਥਾਨ ਦੇ ਗੁਣ ਮਹੱਤਵਪੂਰਨ ਹੋਣੇ ਚਾਹੀਦੇ ਨੇ। GI ਟੈਗ ਆਮ ਤੌਰ ਤੇ ਪੇਂਡੂ, ਸੀਮਾਂਤ ਅਤੇ ਸਵਦੇਸ਼ੀ ਭਾਈਚਾਰਿਆਂ ਦੁਆਰਾ ਪੀੜ੍ਹੀ ਦਰ ਪੀੜ੍ਹੀ ਪੈਦਾ ਕੀਤੇ ਉਤਪਾਦਾਂ ਤੇ ਰਜਿਸਟਰ ਕੀਤੇ ਜਾਂਦੇ ਨੇ ਜਿਨ੍ਹਾਂ ਨੇ ਆਪਣੇ ਕੁਝ ਵਿਲੱਖਣ ਗੁਣਾਂ ਕਾਰਨ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਵੱਡੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਭਾਵ ਇਹ ਕਿਸੇ ਇਲਾਕੇ ਦਾ ਆਪਣਾ ਹੀ ਇੱਕ ਪ੍ਰੋਡਕਟ ਹੁੰਦਾ ਹੈ ਜਿਸ ਨੇ ਕਿ ਦੇਸ਼ਾਂ ਜਾਂ ਵਿਦੇਸ਼ਾਂ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਹੋਵੇ। ਭਾਰਤ ਸਰਕਾਰ ਨੇ ਅਵਸਥਾ ਦੇ ਭੂਗੋਲਿਕ ਸੰਕੇਤ ਰਜਿਸਟ੍ਰੇਸ਼ਨ ਅਤੇ ਸੁਰੱਖਿਆ ਐਕਟ 1999 ਨੂੰ ਲਾਗੂ ਕੀਤਾ। ਇਹ ਐਕਟ ਸਤੰਬਰ 2003 ਵਿੱਚ ਜਾ ਕੇ ਲਾਗੂ ਹੋਇਆ ਸੀ। ਅੱਜ ਦਾ ਆਪਣਾ ਕੁਐਸਚਨ ਨੰਬਰ 2, which of the following is the highest peacetime honor accorded to a soldier in India? Option A ਅਸ਼ੋਕ ਚੱਕਰ, option B ਪਰਮ ਵਿਸ਼ਿਸ਼ਟ ਸੇਵਾ ਮੈਡਲ, option C ਅਤੀ ਵਿਸ਼ਿਸ਼ਟ ਸੇਵਾ ਮੈਡਲ ਜਾਂ ਫਿਰ option D ਸ਼ੌਰਿਆ ਚੱਕਰ। ਹੁਣ ਇਸ ਕੁਐਸਚਨ ਨੂੰ ਆਪਾਂ ਪੰਜਾਬੀ ਭਾਸ਼ਾ ਵਿੱਚ ਵੀ ਦੇਖਦੇ ਹਾਂ। ਭਾਰਤ ਵਿੱਚ ਇੱਕ ਸਿਪਾਹੀ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਉੱਚ ਸ਼ਾਂਤੀ ਦੇ ਸਮੇਂ ਦਾ ਸਨਮਾਨ ਕਿਹੜਾ ਹੈ? ਤਾਂ ਦੋਸਤੋ, ਜੋ ਤੁਹਾਡਾ ਠੀਕ ਉੱਤਰ ਹੈ ਉਹ ਹੋ ਜਾਣਾ ਇੱਥੇ ਆਪਸ਼ਨ A ਅਸ਼ੋਕ ਚੱਕਰ। ਹੁਣ ਇਸ ਕੁਐਸਚਨ ਨਾਲ ਰਿਲੇਟਡ ਆਪਾਂ ਕੁਝ ਜ਼ਰੂਰੀ ਤੱਥ ਦੇਖ ਲੈਂਦੇ ਆ। ਹਥਿਆਰਬੰਦ ਬਲਾਂ, ਹੋਰ ਕਾਨੂੰਨੀ ਤੌਰ ਤੇ ਗਠਿਤ ਬਲਾਂ ਅਤੇ ਨਾਗਰਿਕਾਂ ਦੇ ਕਰਮਚਾਰੀਆਂ ਦੇ ਬਹਾਦਰੀ ਅਤੇ ਬਲੀਦਾਨ ਦੇ ਕੰਮਾਂ ਨੂੰ ਸਨਮਾਨਿਤ ਕਰਨ ਲਈ ਭਾਰਤ ਸਰਕਾਰ ਦੁਆਰਾ ਬਹਾਦਰੀ ਪੁਰਸਕਾਰਾਂ ਦੀ ਸਥਾਪਨਾ ਕੀਤੀ ਗਈ ਹੈ। ਇਹ ਬਹਾਦਰੀ ਪੁਰਸਕਾਰ ਸਾਲ ਵਿੱਚ 2 ਵਾਰ ਘੋਸ਼ਿਤ ਕੀਤੇ ਜਾਂਦੇ ਨੇ। ਪਹਿਲਾ ਗਣਤੰਤਰ ਦਿਵਸ ਦੇ ਮੌਕੇ ਤੇ ਫਿਰ ਸੁਤੰਤਰਤਾ ਦਿਵਸ ਦੇ ਮੌਕੇ ਤੇ। ਆਜ਼ਾਦੀ ਤੋਂ ਬਾਅਦ ਪਹਿਲੇ 3 ਬਹਾਦਰੀ ਪੁਰਸਕਾਰ ਜਿਵੇਂ ਪਰਮਵੀਰ ਚੱਕਰ, ਮਹਾਵੀਰ ਚੱਕਰ ਅਤੇ ਵੀਰ ਚੱਕਰ ਭਾਰਤ ਸਰਕਾਰ ਦੁਆਰਾ 26 ਜਨਵਰੀ 1950 ਨੂੰ ਸਥਾਪਿਤ ਕੀਤੇ ਗਏ ਸਨ, ਜਦੋਂ ਕਿ 15 ਅਗਸਤ 1947 ਤੋਂ ਇਹ ਪ੍ਰਭਾਵੀ ਮੰਨੇ ਗਏ। ਇਸ ਤੋਂ ਬਾਅਦ ਹੋਰ 3 ਬਹਾਦਰੀ ਪੁਰਸਕਾਰ ਜਿਵੇਂ ਕਿ ਅਸ਼ੋਕ ਚੱਕਰ ਕਲਾਸ 1, ਅਸ਼ੋਕ ਚੱਕਰ ਕਲਾਸ 2, ਅਸ਼ੋਕ ਚੱਕਰ ਕਲਾਸ 3 ਭਾਰਤ ਸਰਕਾਰ ਦੁਆਰਾ 4 ਜਨਵਰੀ 1952 ਨੂੰ ਸਥਾਪਿਤ ਕੀਤੇ ਗਏ ਸਨ। ਬਾਅਦ ਵਿੱਚ 15 ਅਗਸਤ 1947 ਨੂੰ ਪ੍ਰਭਾਵੀ ਮੰਨੇ ਗਏ ਤੇ ਜਨਵਰੀ 1967 ਵਿੱਚ ਇਹਨਾਂ ਪੁਰਸਕਾਰਾਂ ਦਾ ਨਾਮਕਰਨ ਬਦਲ ਕੇ ਅਸ਼ੋਕ ਚੱਕਰ, ਕੀਰਤੀ ਚੱਕਰ ਤੇ ਸ਼ੌਰਿਆ ਚੱਕਰ ਰੱਖ ਦਿੱਤਾ ਗਿਆ ਸੀ।
ਸੋ ਦੋਸਤੋ ਅੱਜ ਦਾ ਆਪਣਾ ਕੁਐਸਚਨ ਨੰਬਰ 3, ਲਣਕਲਾ ਪਾਸ ਇਜ਼ ਲੋਕੇਟਡ ਨੀਅਰ ਦੀ ਬਾਰਡਰ ਬਿਟਵੀਨ ਵਿਚ ਆਫ ਦਾ ਫੋਲੋਇੰਗ ਕੰਟਰੀਜ਼। ਤੁਹਾਡੇ ਆਪਸ਼ਨ ਨੇ ਆਪਸ਼ਨ ਏ ਇੰਡੀਆ ਐਂਡ ਪਾਕਿਸਤਾਨ, ਆਪਸ਼ਨ ਬੀ ਇੰਡੀਆ ਐਂਡ ਚਾਈਨਾ, ਆਪਸ਼ਨ ਸੀ ਇੰਡੀਆ ਐਂਡ ਅਫਗਾਨਿਸਤਾਨ ਜਾਂ ਫਿਰ ਆਪਸ਼ਨ ਡੀ ਇੰਡੀਆ ਐਂਡ ਨੇਪਾਲ। ਕੁਐਸਚਨ ਨੂੰ ਪੰਜਾਬੀ ਭਾਸ਼ਾ ਵਿੱਚ ਦੇਖਦੇ ਹਾਂ। ਲੰਕਲਾ ਪਾਸ ਹੇਠ ਲਿਖੇ ਦੇਸ਼ਾਂ ਵਿੱਚੋਂ ਕਿਸ ਦੀ ਸਰਹੱਦ ਦੇ ਨੇੜੇ ਸਥਿਤ ਹੈ? ਇਹ ਕੁਐਸਚਨ ਨਾਇਬ ਤਹਿਸੀਲਦਾਰ ਦੇ ਪੇਪਰ ਵਿੱਚ ਪੁੱਛਿਆ ਗਿਆ ਸੀ। ਤਾਂ ਦੋਸਤੋ ਤੁਹਾਡਾ ਜੋ ਠੀਕ ਉੱਤਰ ਹੈ ਉਹ ਇੱਥੇ ਹੈ ਆਪਸ਼ਨ ਬੀ ਭਾਰਤ ਅਤੇ ਚੀਨ। ਹੁਣ ਇਸ ਕੁਐਸਚਨ ਨਾਲ ਰਿਲੇਟਡ ਆਪਾਂ ਕੁਝ ਜ਼ਰੂਰੀ ਤੱਥ ਦੇਖ ਲੈਂਦੇ ਹਾਂ। ਤਾਂ ਦੋਸਤੋ ਲੰਕਲਾ ਦਰਾ ਵਿਵਾਦਤ ਅਕਸਾਈ ਚਿੰਨ੍ਹ ਖੇਤਰ ਵਿੱਚ ਇੱਕ ਪਹਾੜੀ ਦਰਾ ਹੈ ਜੋ ਤਿੱਬਤ ਖੁਦਮੁਖਤਿਆਰ ਖੇਤਰ ਦੇ ਹਿੱਸੇ ਵਜੋਂ ਚੀਨ ਦੁਆਰਾ ਪ੍ਰਸ਼ਾਸਿਤ ਹੈ। ਭਾਵ ਇੱਥੇ ਚੀਨ ਦਾ ਕਬਜ਼ਾ ਹੈ। ਭਾਰਤ ਵੱਲੋਂ ਇਸ ਨੂੰ ਆਪਣਾ ਸਰਹੱਦੀ ਪਾਸ ਹੋਣ ਦਾ ਦਾਅਵਾ ਤਾਂ ਕੀਤਾ ਜਾਂਦਾ ਹੈ ਪਰ ਕਬਜ਼ਾ ਇੱਥੇ ਚੀਨ ਦਾ ਹੈ। ਅੱਜ ਦਾ ਆਪਣਾ ਕੁਐਸਚਨ ਨੰਬਰ 4, which among the following country was the first to give women the right to vote? very important question, SSC ਦੇ ਪੇਪਰ ਵਿੱਚ ਪੁੱਛਿਆ ਗਿਆ ਸੀ। ਹੇਠ ਲਿਖੇ ਦੇਸ਼ਾਂ ਵਿੱਚੋਂ ਕਿਸ ਨੇ ਸਭ ਤੋਂ ਪਹਿਲਾਂ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਦਿੱਤਾ ਸੀ? ਆਪਸ਼ਨ ਏ ਨਿਊਜ਼ੀਲੈਂਡ, ਆਪਸ਼ਨ ਬੀ ਅਮਰੀਕਾ, ਆਪਸ਼ਨ ਸੀ ਆਈਸਲੈਂਡ ਜਾਂ ਫਿਰ ਆਪਸ਼ਨ ਡੀ ਭਾਰਤ। ਤਾਂ ਤੁਹਾਡਾ ਜੋ ਇੱਥੇ ਠੀਕ ਉੱਤਰ ਹੈ ਉਹ ਹੈ ਆਪਸ਼ਨ ਏ ਨਿਊਜ਼ੀਲੈਂਡ। ਹੁਣ ਇਸ ਕੁਐਸਚਨ ਨਾਲ ਰਿਲੇਟਡ ਆਪਾਂ ਕੁਝ ਜ਼ਰੂਰੀ ਤੱਥ ਦੇਖ ਲੈਂਦੇ ਹਾਂ। ਨਿਊਜ਼ੀਲੈਂਡ 1893 ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣ ਵਾਲਾ ਪਹਿਲਾ ਦੇਸ਼ ਸੀ। ਔਰਤਾਂ ਨੂੰ ਰਾਸ਼ਟਰੀ ਚੋਣਾਂ ਵਿੱਚ ਭਾਗ ਲੈਣ ਦੀ ਇਜਾਜ਼ਤ ਦੇਣ ਵਾਲਾ ਸਭ ਤੋਂ ਜੋ ਤਾਜ਼ਾ ਰਾਸ਼ਟਰ ਹੈ ਉਹ ਹੈ ਭੂਟਾਨ, ਸੰਯੁਕਤ ਅਰਬ ਅਮੀਰਾਤ ਅਤੇ ਕੁਵੈਤ। ਭਾਰਤ ਨੇ ਸਭ ਤੋਂ ਪਹਿਲਾਂ 1935 ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ ਪਰ ਸਿਰਫ ਉਹਨਾਂ ਔਰਤਾਂ ਲਈ ਜਿਨ੍ਹਾਂ ਦਾ ਇੱਕ ਮਰਦ ਵੋਟਰ ਨਾਲ ਵਿਆਹ ਹੋਇਆ ਹੈ ਜਾਂ ਖਾਸ ਸਾਖਰਤਾ ਯੋਗਤਾਵਾਂ ਉਹ ਔਰਤਾਂ ਰੱਖਦੀਆਂ ਹੋਣ। ਇਕਵਾਡੋਰ ਨੇ 1929 ਵਿੱਚ ਔਰਤਾਂ ਨੂੰ VOTING ਦੇ ਅਧਿਕਾਰ ਦੇਣ ਵਾਲਾ ਪਹਿਲਾ ਲਾਤੀਨੀ ਅਮਰੀਕੀ ਦੇਸ਼ ਦੇ ਰੂਪ ਵਿੱਚ ਆਪਣਾ ਲੋਹਾ ਮਨਵਾਇਆ ਪਰ ਇਹ ਸਿਰਫ ਪੜ੍ਹੀਆਂ ਲਿਖੀਆਂ ਇਕਵਾਡੋਰ ਦੀਆਂ ਔਰਤਾਂ ਨੂੰ ਹੀ ਫ੍ਰੈਂਚਾਈਜ਼ੀ ਦੀ ਇਜਾਜ਼ਤ ਦਿੱਤੀ ਜਾਂਦੀ ਸੀ ਅਤੇ ਔਰਤਾਂ ਲਈ VOTING ਲਾਜ਼ਮੀ ਨਹੀਂ ਸੀ ਜਿਵੇਂ ਕਿ ਮਰਦਾਂ ਲਈ ਸੀ। ਅੱਜ ਦਾ ਆਪਣਾ ਕੁਐਸਚਨ ਨੰਬਰ 5, what is known as the triangular region in between the rivers ਸਤਲੁਜ and ਬਿਆਸ? ਤੁਹਾਡੇ ਆਪਸ਼ਨ ਨੇ ਆਪਸ਼ਨ ਏ ਮਾਝਾ, ਆਪਸ਼ਨ ਬੀ ਮਾਲਵਾ, ਆਪਸ਼ਨ ਸੀ ਦੁਆਬਾ ਜਾਂ ਫਿਰ ਆਪਸ਼ਨ ਡੀ ਪੋਠੋਹਾਰ। ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਸਥਿਤ ਤਿਕੋਣੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ? ਤਾਂ ਜੋ ਤੁਹਾਡਾ ਇੱਥੇ ਠੀਕ ਉੱਤਰ ਹੈ ਉਹ ਹੈ ਆਪਸ਼ਨ ਸੀ ਦੁਆਬਾ। ਹੁਣ ਇਸ ਕੁਐਸਚਨ ਨਾਲ ਰਿਲੇਟਡ ਆਪਾਂ ਕੁਝ ਜ਼ਰੂਰੀ ਤੱਥ ਦੇਖਦੇ ਹਾਂ। ਪੰਜਾਬ ਨੂੰ ਦਰਿਆਵਾਂ ਦੇ ਵਹਾਅ ਦੇ ਹਿਸਾਬ ਨਾਲ 3 ਖੇਤਰਾਂ ਵਿੱਚ ਵੰਡਿਆ ਗਿਆ ਹੈ। ਇਹ ਹਨ ਮਾਝਾ, ਮਾਲਵਾ, ਦੁਆਬਾ। ਰਾਵੀ ਅਤੇ ਬਿਆਸ ਦੇ ਵਿਚਕਾਰ ਸਥਿਤ ਖੇਤਰ ਨੂੰ ਮਾਝਾ ਕਿਹਾ ਜਾਂਦਾ ਹੈ। ਬਿਆਸ ਅਤੇ ਸਤਲੁਜ ਦੇ ਵਿਚਕਾਰ ਸਥਿਤ ਇਲਾਕੇ ਨੂੰ ਦੁਆਬਾ ਕਿਹਾ ਜਾਂਦਾ ਹੈ। ਸਤਲੁਜ ਦਰਿਆ ਦੇ ਦੱਖਣ ਵਿੱਚ ਸਥਿਤ ਖੇਤਰ ਨੂੰ ਮਾਲਵਾ ਕਿਹਾ ਜਾਂਦਾ ਹੈ। ਹੁਣ ਆਪਾਂ ਮਾਝਾ ਖੇਤਰ ਬਾਰੇ ਪੜ੍ਹਦੇ ਹਾਂ। ਮਾਝੇ ਦਾ ਕੀ ਅਰਥ ਹੈ? ਮੱਧ ਜਾਂ ਕੇਂਦਰ। ਇਤਿਹਾਸਿਕ ਤੌਰ ਤੇ 1947 ਤੋਂ ਪਹਿਲਾਂ ਅਣਵੰਡੇ ਪੰਜਾਬ ਨੂੰ ਇਹ ਨਾਮ ਦਿੱਤਾ ਗਿਆ ਸੀ। 1947 ਵਿੱਚ ਵੰਡ ਤੋਂ ਬਾਅਦ ਸਿਰਫ 2 ਜ਼ਿਲ੍ਹੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਹੀ ਮਾਝੇ ਵਿੱਚ ਸ਼ਾਮਲ ਸੀ। ਤਰਨਤਾਰਨ ਜ਼ਿਲ੍ਹਾ 2006 ਵਿੱਚ ਬਣਾਇਆ ਗਿਆ ਸੀ ਤੇ ਇਹ ਅੰਮ੍ਰਿਤਸਰ ਤੋਂ ਵੱਖ ਕਰਕੇ ਬਣਾਇਆ ਗਿਆ ਸੀ ਤੇ ਪਠਾਨਕੋਟ ਨੂੰ ਗੁਰਦਾਸਪੁਰ ਤੋਂ ਵੱਖ ਕਰਕੇ ਜੁਲਾਈ 2011 ਵਿੱਚ ਜ਼ਿਲ੍ਹਾ ਐਲਾਨਿਆ ਗਿਆ ਸੀ। ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਵਿਖੇ ਬਿਆਸ ਅਤੇ ਸਤਲੁਜ ਦਾ ਸੰਗਮ ਹੁੰਦਾ ਹੈ। ਦੋਸਤੋ ਹੁਣ ਆਪਾਂ ਪੜ੍ਹਦੇ ਹਾਂ ਦੁਆਬਾ ਖੇਤਰ ਬਾਰੇ। ਦੁਆਬਾ ਸ਼ਬਦ ਹੀ ਇਸ ਦੇ ਅਰਥ ਨੂੰ ਪਰਿਭਾਸ਼ਿਤ ਕਰਦਾ ਹੈ। ਦੁਆਬਾ 2 ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਦੋ ਅਤੇ ਆਬ। 2 ਸ਼ਬਦ ਦਾ ਅਰਥ ਹੈ ਦੋ ਅਤੇ ਆਬ ਦਾ ਅਰਥ ਹੈ ਪਾਣੀ। ਇਸ ਲਈ ਦੁਆਬਾ ਦਾ ਅਰਥ ਹੈ 2 ਦਰਿਆਵਾਂ ਵਿਚਕਾਰਲੀ ਜ਼ਮੀਨ। ਦੁਆਬਾ ਖੇਤਰ ਵਿੱਚ 4 ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿੱਚੋਂ ਜਲੰਧਰ ਖੇਡਾਂ ਦੇ ਸਮਾਨ ਲਈ ਮਸ਼ਹੂਰ ਹੈ। ਨਵਾਂ ਸ਼ਹਿਰ ਦਾ ਨਾਮ ਸਤੰਬਰ 2008 ਵਿੱਚ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਕਰ ਦਿੱਤਾ ਗਿਆ ਸੀ ਕਿਉਂਕਿ ਸ਼ਹੀਦ ਭਗਤ ਸਿੰਘ ਜੀ ਦਾ ਜੱਦੀ ਪਿੰਡ ਖਟਕੜ ਕਲਾ ਇਸ ਜ਼ਿਲ੍ਹੇ ਦੇ ਅਧੀਨ ਆਉਂਦਾ ਹੈ। ਕਪੂਰਥਲਾ ਜ਼ਿਲ੍ਹੇ ਦੇ ਖੇਤਰ ਦੇ 2 ਹਿੱਸੇ ਹਨ। ਮੁੱਖ ਭੂਮੀ ਵਿੱਚ ਕਪੂਰਥਲਾ ਤੇ ਸੁਲਤਾਨਪੁਰ ਲੋਧੀ
ਅਤੇ ਦੂਜਾ ਫਗਵਾੜਾ ਤਹਿਸੀਲ ਹੈ। ਦੋਸਤੋ ਫਗਵਾੜਾ ਇੱਕ ਇਹੋ ਜਿਹਾ ਸ਼ਹਿਰ ਹੈ ਜਿਹੜਾ ਆਪਣੇ ਹੀ ਜ਼ਿਲ੍ਹੇ ਤੋਂ ਅਲੱਗ-ਥਲੱਗ ਪੈਂਦਾ ਹੈ। ਹੁਸ਼ਿਆਰਪੁਰ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਜ਼ਿਲ੍ਹਾ ਹੈ। ਮਾਲਵਾ ਖੇਤਰ ਪੰਜਾਬ ਦਾ ਸਭ ਤੋਂ ਵੱਡਾ ਖੇਤਰ ਹੈ। ਇਸ ਵਿੱਚ ਪੰਜਾਬ ਦੇ ਕੁੱਲ 14 ਜ਼ਿਲ੍ਹੇ ਸ਼ਾਮਲ ਹਨ। ਹੁਣ ਇੱਕ ਜ਼ਿਲ੍ਹਾ ਮਲੇਰਕੋਟਲਾ ਵੀ ਸ਼ਾਮਲ ਕਰ ਲਓ, ਟੋਟਲ 15 ਜ਼ਿਲ੍ਹੇ ਹੋ ਗਏ। ਲੁਧਿਆਣਾ ਪੰਜਾਬ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ ਅਤੇ ਉਦਯੋਗ ਦਾ ਕੇਂਦਰ ਹੈ। ਮਾਨਸਾ ਆਬਾਦੀ ਅਤੇ ਖੇਤਰਫਲ ਦੇ ਲਿਹਾਜ਼ ਨਾਲੋਂ ਛੋਟਾ ਹੈ। ਇਹ ਬਠਿੰਡਾ ਜ਼ਿਲ੍ਹੇ ਤੋਂ ਅਪ੍ਰੈਲ 1992 ਨੂੰ ਬਣਿਆ ਸੀ। ਮੋਗਾ ਤੇ ਮੁਕਤਸਰ ਨੂੰ ਨਵੰਬਰ 1995 ਨੂੰ ਜ਼ਿਲ੍ਹੇ ਵਜੋਂ ਘੋਸ਼ਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦੋਵੇਂ ਜ਼ਿਲ੍ਹੇ ਫਰੀਦਕੋਟ ਜ਼ਿਲ੍ਹੇ ਦਾ ਹਿੱਸਾ ਸਨ। ਮੋਹਾਲੀ SAS ਨਗਰ ਅਪ੍ਰੈਲ 2006 ਨੂੰ ਰੋਪੜ ਤੋਂ ਬਣਾਇਆ ਗਿਆ ਸੀ। ਮੋਹਾਲੀ ਜ਼ਿਲ੍ਹੇ ਦਾ ਨਵਾਂ ਨਾਮ ਅਜੀਤਗੜ੍ਹ ਹੈ। ਨਵੰਬਰ 2006 ਨੂੰ ਬਰਨਾਲਾ ਜ਼ਿਲ੍ਹਾ ਬਣਿਆ। ਇਸ ਤੋਂ ਪਹਿਲਾਂ ਇਹ ਸੰਗਰੂਰ ਜ਼ਿਲ੍ਹੇ ਦਾ ਹਿੱਸਾ ਸੀ ਤੇ ਫਾਜ਼ਿਲਕਾ ਨੂੰ ਜੁਲਾਈ 2011 ਵਿੱਚ ਬਣਾਇਆ ਗਿਆ ਸੀ ਅਤੇ ਇਸ ਨੂੰ ਫਿਰੋਜ਼ਪੁਰ ਜ਼ਿਲ੍ਹੇ ਤੋਂ ਵੱਖ ਕੀਤਾ ਗਿਆ ਸੀ। ਤੇ ਹੁਣ ਲੇਟੈਸਟ ਮਲੇਰਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ ਹੈ ਜੋ ਮਈ 2021 ਵਿੱਚ ਘੋਸ਼ਿਤ ਕੀਤਾ ਗਿਆ ਸੀ। ਇਹ ਸੰਗਰੂਰ ਜ਼ਿਲ੍ਹੇ ਤੋਂ ਬਣਿਆ ਸੀ। ਅੱਜ ਦਾ ਆਪਣਾ ਕੁਐਸਚਨ ਨੰਬਰ 6, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਇਹਨਾਂ ਸਟੇਟਮੈਂਟਸ ਤੇ ਵਿਚਾਰ ਕਰੋ। ਫਸਟ ਸਟੇਟਮੈਂਟ ਹੈ, ਅੱਜ ਆਖਾਂ ਵਾਰਿਸ ਸ਼ਾਹ ਨੂੰ is a famous poem by renowned Punjabi writer Amrita Pritam about the horrors of the partition of the Punjab during the partition of India in 1947. Statement 2, the poem is addressed to the historic Punjabi poet Waris Shah, who is considered as Shakespeare of Punjab for his literary work Heer and Ranjha। ਤਾਂ ਦੋਸਤੋ ਇੱਕ ਵਾਰ ਇਹਨਾਂ ਸਟੇਟਮੈਂਟਸ ਨੂੰ ਪੰਜਾਬੀ ਭਾਸ਼ਾ ਵਿੱਚ ਵੀ ਦੇਖਦੇ ਹਾਂ। ਅੱਜ ਆਖਾਂ ਵਾਰਿਸ ਸ਼ਾਹ ਨੂੰ ਨਾਮਵਰ ਪੰਜਾਬੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੀ 1947 ਵਿੱਚ ਭਾਰਤ ਦੀ ਵੰਡ ਦੌਰਾਨ ਪੰਜਾਬ ਦੀ ਵੰਡ ਦੀ ਭਿਆਨਕਤਾ ਬਾਰੇ ਇੱਕ ਪ੍ਰਸਿੱਧ ਕਵਿਤਾ ਹੈ। ਸਟੇਟਮੈਂਟ 2, ਇਹ ਕਵਿਤਾ ਇਤਿਹਾਸਿਕ ਪੰਜਾਬੀ ਕਵੀ ਵਾਰਿਸ ਸ਼ਾਹ ਨੂੰ ਸੰਬੋਧਿਤ ਹੈ, ਜਿਸ ਨੂੰ ਉਸ ਦੀ ਸਾਹਿਤਕ ਰਚਨਾ ਹੀਰ ਰਾਂਝਾ ਲਈ ਪੰਜਾਬ ਦਾ ਸ਼ੇਕਸਪੀਅਰ ਮੰਨਿਆ ਜਾਂਦਾ ਹੈ। ਤਾਂ ਦੋਸਤੋ ਤੁਹਾਡੇ ਆਪਸ਼ਨ ਨੇ, ਆਪਸ਼ਨ A ਸਿਰਫ ਇੱਕ ਸਟੇਟਮੈਂਟ ਸਹੀ ਹੈ, ਆਪਸ਼ਨ B ਸਟੇਟਮੈਂਟ 2 ਸਹੀ ਹੈ, ਆਪਸ਼ਨ C ਦੋਨੋਂ ਸਹੀ ਨੇ, ਜਾਂ ਫਿਰ ਆਪਸ਼ਨ D ਦੋਨਾਂ ਵਿੱਚੋਂ ਕੋਈ ਵੀ ਸਹੀ ਨਹੀਂ। ਤਾਂ ਦੋਸਤੋ ਇੱਥੇ ਜੋ ਤੁਹਾਡਾ ਠੀਕ ਉੱਤਰ ਹੈ ਉਹ ਹੋ ਜਾਣਾ ਇੱਥੇ ਆਪਸ਼ਨ C, ਸਟੇਟਮੈਂਟ 1 ਅਤੇ 2 ਦੋਨੋਂ ਸਹੀ ਨੇ। ਤਾਂ ਆਪਸ਼ਨ C ਠੀਕ ਹੋ ਜਾਏਗਾ। ਦੋਸਤੋ ਅੱਜ ਦਾ ਆਪਣਾ ਕੁਐਸਚਨ ਨੰਬਰ 7 ਜੋ ਕਿ ਨਾਇਬ ਤਹਿਸੀਲਦਾਰ ਦੇ ਪੇਪਰ ਵਿੱਚ ਪੁੱਛਿਆ ਗਿਆ ਸੀ। ਇੱਥੇ 2 ਲਿਸਟਾਂ ਦਿੱਤੀਆਂ ਗਈਆਂ ਨੇ, ਤੁਸੀਂ ਦੋਨਾਂ ਦਾ ਆਪਸ ਵਿੱਚ ਮਿਲਾਨ ਕਰਨਾ ਹੈ। ਫਸਟ ਲਿਸਟ ਵਿੱਚ ਕੁਝ ਥਰਮਲ ਪਾਵਰ ਸਟੇਸ਼ਨਾਂ ਦੇ ਨਾਮ ਦਿੱਤੇ ਗਏ ਨੇ ਤੇ ਦੂਜੀ ਲਿਸਟ ਵਿੱਚ ਉਹਨਾਂ ਦੀ ਲੋਕੇਸ਼ਨ ਦਿੱਤੀ ਗਈ ਹੈ। ਇਹ ਤੁਸੀਂ ਦੱਸਣਾ ਹੈ ਕਿ ਇਹ ਥਰਮਲ ਪਾਵਰ ਸਟੇਸ਼ਨ ਕਿਹੜੀ ਲੋਕੇਸ਼ਨ ਤੇ ਸਥਿਤ ਨੇ। ਤਾਂ ਪਹਿਲਾ ਹੈਗਾ ਆਪਣੇ ਕੋਲ A ਤੇ ਸਿੱਕਾ। ਤਾਂ ਜੋ ਤੁਹਾਡਾ ਸਿੱਕਾ ਹੈ ਇਹ ਪੈ ਜਾਂਦਾ ਹੈ ਗੁਜਰਾਤ ਵਿੱਚ, ਤਾਂ A ਦਾ ਆਪਾਂ ਮਿਲਾਨ ਕਰ ਦੇਣਾ ਹੈ ਗੁਜਰਾਤ ਨਾਲ। ਦੂਜਾ ਕੋਰਬਾ, ਕੋਰਬਾ ਪੈ ਜਾਂਦਾ ਆਪਣੀ ਛੱਤੀਸਗੜ੍ਹ ਵਿੱਚ, ਤਾਂ ਕੋਰਬਾ ਦਾ ਆਪਾਂ ਮਿਲਾਨ ਕਰ ਦੇਣਾ ਹੈ ਛੱਤੀਸਗੜ੍ਹ ਨਾਲ। ਤੀਜਾ ਹੈ ਪਾਰਲੀ, ਪਾਰਲੀ ਥਰਮਲ ਪਾਵਰ ਸਟੇਸ਼ਨ ਮਹਾਰਾਸ਼ਟਰ ਵਿੱਚ ਪੈਂਦਾ ਹੈ, ਤਾਂ ਇਸ ਦਾ ਆਪਾਂ ਮਿਲਾਨ ਕਰ ਦੇਣਾ ਹੈ ਮਹਾਰਾਸ਼ਟਰ ਨਾਲ। ਚੌਥਾ ਹੈ ਐਨੌਰ, ਐਨੌਰ ਥਰਮਲ ਪਾਵਰ ਸਟੇਸ਼ਨ ਤਾਮਿਲਨਾਡੂ ਵਿੱਚ ਪੈਂਦਾ ਹੈ, ਤਾਂ ਇਸ ਦਾ ਆਪਾਂ ਮਿਲਾਨ ਕਰ ਦਾਂਗੇ ਤਾਮਿਲਨਾਡੂ ਨਾਲ। ਦੋਸਤੋ ਅੱਜ ਦਾ ਆਪਣਾ ਕੁਐਸਚਨ ਨੰਬਰ 8 ਜੋ ਕਿ ਪੰਜਾਬ PCS ਦੇ ਪੇਪਰ ਵਿੱਚ ਪੁੱਛਿਆ ਗਿਆ ਹੈ, ਕ੍ਰੈਡਿਟ ਰੇਟਿੰਗ ਏਜੰਸੀ ਇਨ ਇੰਡੀਆ ਆਰ ਰੈਗੂਲੇਟਿਡ ਬਾਈ ਵਿਚ ਆਫ ਦਾ ਫੋਲੋਇੰਗ ਐਂਟੀਟੀਜ਼। ਭਾਰਤ ਵਿੱਚ ਕ੍ਰੈਡਿਟ ਰੇਟਿੰਗ ਏਜੰਸੀਆਂ ਨੂੰ ਹੇਠ ਲਿਖੀਆਂ ਸੰਸਥਾਵਾਂ ਵਿੱਚੋਂ ਕਿਸ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ। ਤੁਹਾਡੇ ਆਪਸ਼ਨ ਨੇ, ਆਪਸ਼ਨ A ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ, ਆਪਸ਼ਨ B ਮਿਨਿਸਟਰੀ ਆਫ ਫਾਈਨੈਂਸ, ਆਪਸ਼ਨ C ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਭਾਵ SEBI, ਜਾਂ ਫਿਰ ਆਪਸ਼ਨ D ਰਿਜ਼ਰਵ ਬੈਂਕ ਆਫ ਇੰਡੀਆ। ਤਾਂ ਜੋ ਤੁਹਾਡਾ ਇੱਥੇ ਠੀਕ ਉੱਤਰ ਹੋ ਜਾਏਗਾ ਉਹ ਹੈ ਆਪਸ਼ਨ C ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਹੁਣ ਇਸ ਕੁਐਸਚਨ ਨਾਲ ਰਿਲੇਟਡ ਆਪਾਂ ਕੁਝ ਜ਼ਰੂਰੀ ਤੱਥ ਦੇਖ ਲੈਂਦੇ ਆ। ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ
ਇੱਕ ਰੈਗੂਲੇਟਰੀ ਸੰਸਥਾ ਹੈ ਜੋ ਪ੍ਰਤੀਭੂਤੀਆਂ ਦੀ ਮਾਰਕੀਟ ਵਿੱਚ ਨਿਵੇਸ਼ ਕਰਨ ਵਾਲਿਆਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ। ਭਾਵ ਜੋ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਉਂਦੇ ਨੇ ਤਾਂ ਉਹਨਾਂ ਦੇ ਹਿੱਤਾਂ ਦੀ ਰਾਖੀ ਕੌਣ ਕਰਦਾ? ਉਹ ਕਰਦਾ ਹੈ ਸੇਬੀ। ਇਹ ਦੇਸ਼ ਵਿੱਚ ਸਟਾਕ ਬਾਜ਼ਾਰਾਂ ਤੇ ਮਿਊਚੁਅਲ ਫੰਡਾਂ ਦੇ ਕੰਮਕਾਜ ਨੂੰ ਵੀ ਨਿਯੰਤਰਿਤ ਕਰਦਾ ਹੈ। ਭਾਰਤ ਸਰਕਾਰ ਨੇ 1992 ਵਿੱਚ ਸਟਾਕ ਐਕਸਚੇਂਜਾਂ ਦੇ ਅੰਦਰ ਧੋਖਾਧੜੀ ਦੇ ਅਭਿਆਸਾਂ ਨੂੰ ਰੋਕਣ, ਵਿੱਤੀ ਵਿਚੋਲਿਆਂ ਲਈ ਆਚਾਰ ਸੰਹਿਤਾ ਤਿਆਰ ਕਰਨ, ਨਿਵੇਸ਼ਕਾਂ ਦਾ ਮਾਰਗਦਰਸ਼ਨ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਸੇਬੀ ਦੀ ਸਥਾਪਨਾ ਕੀਤੀ ਸੀ ਕਿ ਉਹਨਾਂ ਦੇ ਨਿਵੇਸ਼ ਸੁਰੱਖਿਅਤ ਹਨ। ਅੱਜ ਦਾ ਆਪਣਾ ਕੁਐਸਚਨ ਨੰਬਰ 9, ਹੂ ਇਜ਼ ਦਾ ਪੀਨੀਅਰ ਆਫ ਪੰਜਾਬੀ ਸੂਬਾ? ਪੰਜਾਬੀ ਸੂਬੇ ਦਾ ਮੋਢੀ ਕੌਣ ਹੈ? ਤਾਂ ਇਹ ਕੁਐਸਚਨ ਵਾਰ-ਵਾਰ ਰਿਪੀਟ ਹੁੰਦਾ ਰਹਿੰਦਾ ਹੈ ਪੇਪਰਾਂ ਵਿੱਚ। ਹੁਣ ਹੀ ਪੰਜਾਬ ਪਟਵਾਰੀ ਦੇ ਪੇਪਰ ਵਿੱਚ ਵੀ ਇਹ ਪੁੱਛਿਆ ਗਿਆ ਸੀ। ਤਾਂ ਦੋਸਤੋ ਇੱਥੇ ਜੋ ਤੁਹਾਡਾ ਠੀਕ ਉੱਤਰ ਹੈ ਉਹ ਹੈ ਆਪਸ਼ਨ ਏ, ਮਾਸਟਰ ਤਾਰਾ ਸਿੰਘ ਜੀ। ਹੁਣ ਆਪਾਂ ਪੰਜਾਬੀ ਸੂਬਾ ਮੂਵਮੈਂਟ ਬਾਰੇ ਪੜ੍ਹਦੇ ਹਾਂ ਤਾਂ ਜੋ ਤੁਹਾਡੇ ਗਿਆਨ ਵਿੱਚ ਵਾਧਾ ਹੋ ਸਕੇ। ਪੰਜਾਬੀ ਸੂਬਾ ਮੂਵਮੈਂਟ ਪੰਜਾਬ ਵਿੱਚ ਪੰਜਾਬੀ ਸੂਬਾ ਜਾਂ ਪੰਜਾਬੀ ਬੋਲਦਾ ਸੂਬਾ ਬਣਾਉਣ ਦੀ ਮੰਗ ਨੂੰ ਲੈ ਕੇ ਸਿੱਖਾਂ ਵੱਲੋਂ ਸ਼ੁਰੂ ਕੀਤਾ ਗਿਆ ਇੱਕ ਲੰਬਾ ਖਿੱਚਿਆ ਸਿਆਸੀ ਅੰਦੋਲਨ ਸੀ। ਆਜ਼ਾਦੀ ਸਮੇਂ ਇਹ ਆਮ ਤੌਰ ਤੇ ਮੰਨਿਆ ਜਾਂਦਾ ਸੀ ਕਿ ਆਜ਼ਾਦੀ ਦੇ ਸਮੇਂ ਦੇਸ਼ ਵਿੱਚ ਸ਼ਾਮਲ ਕੀਤੇ ਗਏ ਭਾਰਤੀ ਰਾਜਾਂ ਦਾ ਕੋਈ ਤਰਕਸ਼ੀਲ ਜਾਂ ਵਿਗਿਆਨਿਕ ਆਧਾਰ ਨਹੀਂ ਸੀ। ਉਹ ਸਿਰਫ ਅੰਗਰੇਜ਼ਾਂ ਦੀਆਂ ਜਿੱਤਾਂ ਦੀਆਂ ਲੋੜਾਂ ਦਾ ਨਤੀਜਾ ਸਨ। ਇਹਨਾਂ ਵਿੱਚੋਂ ਕੁਝ ਰਾਜਾਂ ਨੂੰ ਜਨਸੰਖਿਆ ਦੇ ਅਸੰਤੁਲਨ ਨੂੰ ਠੀਕ ਕਰਨ ਅਤੇ ਅਸੁਵਿਧਾਜਨਕ ਬਾਉਂਡਰੀਆਂ ਨੂੰ ਸਾਫ਼ ਕਰਨ ਲਈ ਸੀਮਾਵਾਂ ਬਣਾਉਣ ਲਈ 1948 ਵਿੱਚ ਭਾਰਤ ਸਰਕਾਰ ਦੁਆਰਾ ਇੱਕ ਕਮਿਸ਼ਨ ਸਥਾਪਿਤ ਕੀਤਾ ਗਿਆ ਸੀ ਤੇ ਇਸ ਕਮਿਸ਼ਨ ਨਾਲ ਸਲਾਹ ਮਸ਼ਵਰਾ ਕਰਨ ਲਈ ਸਿੱਖਾਂ ਦੀ ਨੁਮਾਇੰਦਗੀ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਸਰਦਾਰ ਹੁਕਮ ਸਿੰਘ, ਭਾਈ ਜੋਧ ਸਿੰਘ ਅਤੇ ਸਰਦਾਰ ਗਿਆਨ ਸਿੰਘ ਰਾੜੇਵਾਲਾ ਵੱਲੋਂ ਕੀਤੀ ਗਈ ਸੀ। ਤੇ 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਇੱਕ ਪੰਜਾਬੀ ਸਿੱਖ ਅਤੇ ਧਾਰਮਿਕ ਹਸਤੀ ਮਾਸਟਰ ਤਾਰਾ ਸਿੰਘ ਜੀ ਸਨ। ਪੰਜਾਬ ਦੀ ਵੰਡ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਗਠਿਤ ਕਰਨ ਅਤੇ ਸਿੱਖਾਂ ਦਾ ਮਾਰਗਦਰਸ਼ਨ ਕਰਨ ਵਿੱਚ ਮਾਸਟਰ ਤਾਰਾ ਸਿੰਘ ਜੀ ਦੀ ਭੂਮਿਕਾ ਮਹੱਤਵਪੂਰਨ ਹੈ। ਉਹਨਾਂ ਨੇ ਪੰਜਾਬ ਖੇਤਰ ਨੂੰ ਸਿੱਖਾਂ ਲਈ ਇੱਕ ਹੋਮਲੈਂਡ ਵਜੋਂ ਵਕਾਲਤ ਕੀਤੀ ਸੀ। ਅੱਜ ਦਾ ਆਪਣਾ ਕੁਐਸਚਨ ਨੰਬਰ 10, ਇਨ ਮੇਕਿੰਗ ਦਾ ਸੈਫਰਨ ਸਪਾਈਸ which one of the following parts of the plant is used? ਕੇਸਰ ਦਾ ਮਸਾਲਾ ਬਣਾਉਣ ਲਈ ਪੌਦੇ ਦੇ ਹੇਠਲੇ ਹਿੱਸੇ ਵਿੱਚੋਂ ਕਿਹੜੇ ਹਿੱਸੇ ਦਾ ਇਸਤੇਮਾਲ ਕੀਤਾ ਜਾਂਦਾ ਹੈ? ਇਹ ਕੁਐਸਚਨ ਨਾਇਬ ਤਹਿਸੀਲਦਾਰ ਦੇ ਪੇਪਰ ਵਿੱਚ ਪੁੱਛਿਆ ਗਿਆ ਸੀ। ਤਾਂ ਇੱਥੇ ਜੋ ਤੁਹਾਡਾ ਠੀਕ ਉੱਤਰ ਹੈ ਉਹ ਹੋ ਜਾਣਾ ਇੱਥੇ ਆਪਸ਼ਨ ਡੀ, ਸਟਿਗਮਾ। ਅੱਜ ਦਾ ਆਪਣਾ ਕੁਐਸਚਨ ਨੰਬਰ 11, the famous ਮਾਜੂਲੀ ਆਈਲੈਂਡ is located in? ਮਸ਼ਹੂਰ ਮਾਜੂਲੀ ਟਾਪੂ ਕਿੱਥੇ ਸਥਿਤ ਹੈ? ਤਾਂ ਤੁਹਾਡਾ ਜੋ ਠੀਕ ਉੱਤਰ ਹੈ ਉਹ ਹੈ ਆਪਸ਼ਨ ਏ, ਅਸਾਮ। ਤਾਂ ਦੋਸਤੋ ਇਹ ਕੁਐਸਚਨ ਕੋਆਪਰੇਟਿਵ ਇੰਸਪੈਕਟਰ ਸੁਸਾਇਟੀ ਦੇ ਪੇਪਰ ਵਿੱਚ ਪੁੱਛਿਆ ਗਿਆ ਸੀ। ਹੁਣ ਇਸ ਕੁਐਸਚਨ ਨਾਲ ਰਿਲੇਟਡ ਆਪਾਂ ਕੁਝ ਜ਼ਰੂਰੀ ਤੱਥ ਪੜ੍ਹਦੇ ਹਾਂ। ਭਾਰਤ ਵਿੱਚ ਅਸਾਮ ਦਾ ਉੱਤਰ ਪੂਰਬੀ ਇਲਾਕਾ ਮਾਜੂਲੀ ਦੁਨੀਆ ਦੇ ਸਭ ਤੋਂ ਵੱਡੇ ਨਦੀ ਟਾਪੂ ਲਈ ਮਸ਼ਹੂਰ ਹੈ। ਮਾਜੂਲੀ ਦਾ ਟਾਪੂ ਬ੍ਰਹਮਪੁੱਤਰ ਨਦੀ ਦੇ ਮੱਧ ਵਿੱਚ ਸਥਿਤ ਹੈ ਅਤੇ ਮਾਜੂਲੀ ਵਿੱਚ ਵੈਸ਼ਨਵ ਸੰਸਕ੍ਰਿਤੀ ਦਾ ਨਿਵਾਸ ਸਥਾਨ ਹੈ। ਬ੍ਰਹਮਪੁੱਤਰ ਨਦੀ ਦੇ ਕਾਰਨ ਮਾਜੂਲੀ ਦਾ ਕੁੱਲ ਖੇਤਰ ਹੌਲੀ-ਹੌਲੀ ਘਟਦਾ ਜਾ ਰਿਹਾ ਹੈ। ਅਸਮ ਵਿੱਚ ਮਾਜੂਲੀ ਫੈਸਟੀਵਲ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਅਤੇ ਪ੍ਰਦਰਸ਼ਨੀਆਂ ਵਰਗੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਕੁਐਸਚਨ ਨੰਬਰ 12 ਜੋ ਕਿ SSC GD ਦੇ ਪੇਪਰ ਵਿੱਚ ਪੁੱਛਿਆ ਗਿਆ ਸੀ, who among the following was the viceroy of India when the revolt of 1857 took place? 1857 ਦੀ ਬਗਾਵਤ ਵੇਲੇ ਭਾਰਤ ਦਾ ਵਾਇਸਰਾਏ ਕੌਣ ਸੀ? ਤੁਹਾਡੇ ਆਪਸ਼ਨ ਨੇ ਆਪਸ਼ਨ ਏ ਲਾਰਡ ਮਿੰਟੋ, ਆਪਸ਼ਨ ਬੀ ਲਾਰਡ ਲਿਟਨ, ਆਪਸ਼ਨ ਸੀ ਲਾਰਡ ਡਲਹੌਜ਼ੀ ਜਾਂ ਫਿਰ ਆਪਸ਼ਨ ਡੀ ਲਾਰਡ ਕੈਨਿੰਗ। ਤਾਂ ਜੋ ਤੁਹਾਡਾ ਠੀਕ ਉੱਤਰ ਹੈ ਉਹ ਹੈ ਆਪਸ਼ਨ ਡੀ, ਲਾਰਡ ਕੈਨਿੰਗ। ਹੁਣ ਇਸ ਕੁਐਸਚਨ ਨਾਲ ਰਿਲੇਟਡ ਆਪਾਂ ਕੁਝ ਜ਼ਰੂਰੀ ਤੱਥ ਦੇਖ ਰਹੇ ਹਾਂ। ਜਦੋਂ 1857 ਦੀ ਬਗਾਵਤ ਹੋਈ ਤਾਂ ਲਾਰਡ ਕੈਨਿੰਗ ਭਾਰਤ ਦਾ ਗਵਰਨਰ ਜਨਰਲ ਸੀ। ਉਹ ਭਾਰਤ ਦਾ ਆਖਰੀ ਗਵਰਨਰ ਜਨਰਲ ਵੀ ਸੀ ਕਿਉਂਕਿ ਬਗਾਵਤ ਤੋਂ ਬਾਅਦ ਕੰਪਨੀ ਸ਼ਾਸਨ ਖਤਮ ਹੋ ਗਿਆ ਸੀ ਅਤੇ ਲਾਰਡ ਕੈਨਿੰਗ ਭਾਰਤ ਦਾ ਪਹਿਲਾ ਵਾਇਸਰਾਏ ਬਣਿਆ। ਆਪਣਾ ਕੁਐਸਚਨ ਨੰਬਰ 13,
Match the list 1 and list 2 and select the correct answer from the code given below the list। ਦੋਸਤੋ ਤੁਹਾਡੇ ਸਾਹਮਣੇ ਦੋ ਲਿਸਟਾਂ ਨੇ। ਇੱਕ ਲਿਸਟ ਵਿੱਚ ਕੁਝ ਬਾਇਓਸਫੀਅਰ ਰਿਜ਼ਰਵਾਂ ਦੇ ਨਾਮ ਦਿੱਤੇ ਗਏ ਨੇ ਤੇ ਦੂਜੀ ਲਿਸਟ ਵਿੱਚ ਉਹਨਾਂ ਦੀਆਂ ਲੋਕੇਸ਼ਨਾਂ ਨੇ। ਤੁਸੀਂ ਇਹਨਾਂ ਦਾ ਆਪਸ ਵਿੱਚ ਮਿਲਾਨ ਕਰਨਾ ਹੈ। ਤਾਂ ਫਸਟ ਆਪਣਾ ਬਾਇਓਸਫੀਅਰ ਰਿਜ਼ਰਵ ਹੈ ਸਿਮਲੀਪਲ। ਤਾਂ ਸਿਮਲੀਪਲ ਬਾਇਓਸਫੀਅਰ ਰਿਜ਼ਰਵ ਕਿੱਥੇ ਪੈਂਦਾ ਹੈ? ਤਾਂ ਦੋਸਤੋ ਇਹ ਲੋਕੇਟਿਡ ਹੈ ਉੜੀਸਾ ਵਿੱਚ। ਮਾਨਸ ਬਾਇਓਸਫੀਅਰ ਪੈਂਦਾ ਆਪਾਂ ਨੂੰ ਅਸਮ ਵਿੱਚ। ਤਾਂ 20 ਦਾ ਮਿਲਾਨ ਹੋ ਜਾਣਾ 3 ਨਾਲ। ਤਾਂ ਦਿਵੰਗ ਹੈਗਾ ਆਪਾਂ ਨੂੰ ਇਹ ਪੈਂਦਾ ਹੈ ਅਰੁਣਾਚਲ ਪ੍ਰਦੇਸ਼ ਵਿੱਚ। ਸੀ ਦਾ ਮਿਲਾਨ ਆਪਾਂ ਕਰਾਂਗੇ 2 ਨਾਲ। ਤੇ ਨੋਕਰੇਕ ਬਾਇਓਸਫੀਅਰ ਰਿਜ਼ਰਵ ਪੈਂਦਾ ਹੈ ਮੇਘਾਲਿਆ ਵਿੱਚ। ਡੀ ਦਾ ਮਿਲਾਨ ਕਰਾਂਗੇ ਆਪਾਂ 1 ਨਾਲ। ਤਾਂ ਦੋਸਤੋ ਅੱਜ ਦਾ ਆਪਣਾ ਨੈਕਸਟ ਕੁਐਸਚਨ ਹੈ। ਸੌਰੀ ਇੱਕ ਵਾਰੀ ਇਸ ਕੁਐਸਚਨ ਨਾਲ ਰਿਲੇਟਡ ਆਪਾਂ ਕੁਝ ਜ਼ਰੂਰੀ ਤੱਥ ਦੇਖ ਲੈਂਦੇ ਆ। ਦਿਬਾਂਗ ਇੱਕ ਜੀਵ ਮੰਡਲ ਰਿਜ਼ਰਵ ਹੈ ਜੋ ਮਨੁੱਖ ਅਤੇ ਜੀਵ ਮੰਡਲ ਪ੍ਰੋਗਰਾਮ ਦੇ ਤਹਿਤ ਗਠਿਤ ਕੀਤਾ ਗਿਆ ਹੈ। ਇਹ ਅਰੁਣਾਚਲ ਪ੍ਰਦੇਸ਼ ਵਿੱਚ ਹੈ। ਮਾਨਸ ਨੈਸ਼ਨਲ ਪਾਰਕ ਅਸਾਮ ਵਿੱਚ ਹੈ। ਨੋਕਰੇਕ ਨੈਸ਼ਨਲ ਪਾਰਕ ਮੇਘਾਲਿਆ ਦੇ ਪੱਛਮੀ ਗਾਰੋ ਪਹਾੜੀ ਜ਼ਿਲ੍ਹੇ ਵਿੱਚ ਸਥਿਤ ਹੈ। ਸਿਮਲੀਪਾਲ ਨੈਸ਼ਨਲ ਪਾਰਕ ਉੜੀਸਾ ਦੇ ਮਯੂਰਭੰਜ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਇਹ ਹਾਥੀਆਂ ਲਈ ਮਸ਼ਹੂਰ ਹੈ। ਆਪਣਾ ਕੁਐਸਚਨ ਨੰਬਰ 14, which of the following is not the folk game of ਪੰਜਾਬ? ਇਹਨਾਂ ਵਿੱਚੋਂ ਕਿਹੜੀ ਪੰਜਾਬ ਦੀ ਲੋਕ ਖੇਡ ਨਹੀਂ ਹੈ? ਵੈਰੀ ਇੰਪੋਰਟੈਂਟ ਕੁਐਸਚਨ, ਪੰਜਾਬ ਪਟਵਾਰੀ ਦੇ ਪੇਪਰ ਵਿੱਚ ਪੁੱਛਿਆ ਗਿਆ ਸੀ। ਤਾਂ ਆਪਸ਼ਨ ਏ ਜੰਡ ਖਰੰਦ, ਆਪਸ਼ਨ ਬੀ ਥਾਲ, ਆਪਸ਼ਨ ਸੀ ਪੌਂਚੀ, ਆਪਸ਼ਨ ਡੀ ਬਿੱਲ ਬੱਚਿਆਂ ਦੀ ਮਾਂ। ਤਾਂ ਦੋਸਤੋ ਜੰਡ ਖਰੰਦ ਪੰਜਾਬ ਦੀ ਲੋਕ ਖੇਡ ਹੈਗੀ ਆ। ਥਾਲ ਵੀ ਪੰਜਾਬ ਦੀ ਲੋਕ ਖੇਡ ਹੈਗੀ ਆ। ਬਿੱਲ ਬੱਚਿਆਂ ਦੀ ਮਾਂ ਵੀ ਪੰਜਾਬ ਦੀ ਲੋਕ ਖੇਡ ਹੈਗੀ ਆ। ਤਾਂ ਇਹਨਾਂ ਵਿੱਚੋਂ ਜੋ ਪੰਜਾਬ ਦੀ ਲੋਕ ਖੇਡ ਹੈ ਨਹੀਂ ਉਹ ਹੈ ਆਪਸ਼ਨ ਸੀ ਪੌਂਚੀ। ਕੁਐਸਚਨ ਨੰਬਰ 15, which of the following were found in Mohenjo-daro? Statement 1, a bronze image of a dancing girl. Statement 2, statite image of a bearded man. Statement 3, terracotta figure of mother gods। ਇੱਕ ਵਾਰ ਇਹ ਕੁਐਸਚਨ ਨੂੰ ਪੰਜਾਬੀ ਭਾਸ਼ਾ ਵਿੱਚ ਦੇਖਦੇ ਹਾਂ। ਮੋਹਨਜੋਦੜੋ ਵਿੱਚੋਂ ਇਹਨਾਂ ਵਿੱਚੋਂ ਕਿਹੜੀਆਂ ਵਸਤਾਂ ਲੱਭੀਆਂ ਗਈਆਂ ਨੇ? ਸਟੇਟਮੈਂਟ 1, ਇੱਕ ਨੱਚਦੀ ਕੁੜੀ ਦੀ ਕਾਂਸੀ ਦੀ ਤਸਵੀਰ। 2, ਦਾੜੀ ਵਾਲੇ ਆਦਮੀ ਦੀ ਸਟੇਟਾਈਟ ਚਿੱਤਰ। 3, ਮਾਤਾ ਦੇਵੀ ਦੀ ਟੈਰਾਕੋਟਾ ਮੂਰਤੀ। ਤਾਂ ਤੁਹਾਡੇ ਆਪਸ਼ਨ ਨੇ ਸਿਰਫ 1 ਠੀਕ ਹੈ, B ਸਿਰਫ 2 ਠੀਕ ਹੈ, C ਸਿਰਫ 1 ਅਤੇ 3 ਠੀਕ ਨੇ, ਜਾਂ ਫਿਰ D ਇਹ ਤਿੰਨੋਂ ਹੀ ਠੀਕ ਨੇ। ਤਾਂ ਜੋ ਤੁਹਾਡਾ ਠੀਕ ਉੱਤਰ ਹੈ ਉਹ ਹੈ ਆਪਸ਼ਨ D, ਇਹ ਤਿੰਨੋਂ ਹੀ ਠੀਕ ਨੇ। ਹੁਣ ਆਪਾਂ ਇਸ ਕੁਐਸਚਨ ਨਾਲ ਰਿਲੇਟਡ ਕੁਝ ਚੀਜ਼ਾਂ ਪੜ੍ਹਦੇ ਹਾਂ। ਮੋਹਨਜੋਦਾਰੋ ਹੜੱਪਾ ਸ਼ਹਿਰ ਦੇ ਸਭ ਤੋਂ ਮਹੱਤਵਪੂਰਨ ਸਥਾਨਾਂ ਵਿੱਚੋਂ ਇੱਕ ਸੀ। ਮੋਹਨਜੋਦਾਰੋ ਦਾ ਸ਼ਬਦੀ ਮਤਲਬ ਕੀ ਬਣਦਾ ਹੈ? ਮੁਰਦਿਆਂ ਦਾ ਟਿੱਲਾ। ਮੋਹਨਜੋਦਾੜੋ ਨੂੰ ਸਿੰਧ ਦਾ ਸਭ ਤੋਂ ਮਸ਼ਹੂਰ ਸਥਾਨ ਕਿਹਾ ਜਾਂਦਾ ਹੈ। ਇਹ ਸਿੰਧ ਪਾਕਿਸਤਾਨ ਵਿੱਚ ਸਿੰਧ ਨਦੀ ਦੇ ਕੋਲ ਸਥਿਤ ਹੈ। ਮੋਹਨਜੋਦਾੜੋ ਦੀ ਖੋਜ 1922 ਵਿੱਚ ਭਾਰਤੀ ਪੁਰਾਤੱਤਵ ਸਰਵੇਖਣ ਦੇ ਇੱਕ ਅਧਿਕਾਰੀ RD ਬੈਨਰਜੀ ਦੁਆਰਾ ਕੀਤੀ ਗਈ ਸੀ, ਜੋ ਕਿ ਉੱਤਰ ਵੱਲ ਲਗਭਗ 590 ਕਿਲੋਮੀਟਰ ਦੂਰ ਹੜੱਪਾ ਵਿਖੇ ਸ਼ੁਰੂ ਹੋਈ ਵੱਡੀ ਖੁਦਾਈ ਤੋਂ 2 ਸਾਲ ਬਾਅਦ ਕੀਤੀ ਗਈ ਸੀ। ਕੁਐਸਚਨ ਨੰਬਰ 16, ਲੂਇਸ ਪਾਸਚਰ ਡਿਸਕਵਰਡ ਵਿਚ ਆਫ ਦਾ ਫੋਲੋਇੰਗ? ਇਹ ਕੁਐਸਚਨ SSC ਦੇ ਪੇਪਰ ਵਿੱਚ ਪੁੱਛਿਆ ਗਿਆ ਸੀ। ਲੂਇਸ ਪਾਸਚਰ ਨੇ ਇਹਨਾਂ ਵਿੱਚੋਂ ਕਿਸ ਦੀ ਖੋਜ ਕੀਤੀ? ਆਪਸ਼ਨ A ਪੋਲੀਓ ਦੇ ਟੀਕੇ ਦੀ, ਆਪਸ਼ਨ B ਇਨਸੂਲਿਨ, ਆਪਸ਼ਨ C ਐਂਟੀ ਰੈਬੀਜ਼ ਵੈਕਸੀਨ, ਜਾਂ ਫਿਰ ਆਪਸ਼ਨ D ਪੈਨਸਿਲ। ਹੁਣ ਆਪਾਂ ਇਸ ਕੁਐਸਚਨ ਨਾਲ ਰਿਲੇਟਡ ਕੁਝ ਜ਼ਰੂਰੀ ਤੱਥ ਦੇਖਦੇ ਹਾਂ। ਲੂਇਸ ਪਾਸਚਰ ਨੇ ਰੈਬੀਜ਼ ਦੇ ਵਿਰੁੱਧ ਟੀਕਾ ਵਿਕਸਿਤ ਕੀਤਾ ਸੀ। ਰੈਬੀਜ਼ ਨਾਂ ਦੇ ਵਿਸ਼ਾਣੂ ਤੋਂ ਹੁੰਦਾ ਹੈ ਅਤੇ ਜਾਨਵਰਾਂ ਦੇ ਕੇਂਦਰੀ ਨਸ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ, ਭਾਵ ਉਹਨਾਂ ਦਾ ਜੋ ਨਰਵਸ ਸਿਸਟਮ ਹੈ ਉਹਨੂੰ ਡੈਮੇਜ ਕਰ ਦਿੰਦਾ ਹੈ। ਇਹ ਸਾਰੇ ਥਣਧਾਰੀ ਜੀਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਜਾਨਵਰਾਂ ਦੇ ਕੱਟਣ ਦੁਆਰਾ ਪ੍ਰਸਾਰਿਤ ਇੱਕ ਲਾਗ ਵਾਲੇ ਜਾਨਵਰ ਦੀ ਲਾਰ ਦੁਆਰਾ ਇਹ ਫੈਲ ਸਕਦਾ ਹੈ। ਅੱਜ ਦਾ ਆਪਣਾ ਕੁਐਸਚਨ ਨੰਬਰ 17,
ਹੇਠ ਲਿਖਿਆਂ ਵਿੱਚੋਂ ਕਿਹੜਾ ਹਰੇ ਇਨਕਲਾਬ ਭਾਵ ਹਰੀ ਕ੍ਰਾਂਤੀ ਦੀ ਰਣਨੀਤੀ ਦਾ ਹਿੱਸਾ ਨਹੀਂ ਹੈ? ਤੁਹਾਡੇ ਆਪਸ਼ਨ ਨੇ ਆਪਸ਼ਨ ਏ ਸਿੰਚਾਈ, ਆਪਸ਼ਨ ਬੀ ਖਾਦ, ਆਪਸ਼ਨ ਸੀ ਬੀਜਾਂ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ, ਜਾਂ ਫਿਰ ਆਪਸ਼ਨ ਡੀ ਫਸਲ ਬੀਮਾ। ਤਾਂ ਕੁਐਸਚਨ ਇਹ ਹੈ ਕਿ ਹਰੀ ਕ੍ਰਾਂਤੀ ਲਿਆਉਣ ਵਿੱਚ ਇਹਨਾਂ ਵਿੱਚੋਂ ਕਿਸ ਦਾ ਰੋਲ ਨਹੀਂ ਹੈ? ਤਾਂ ਤੁਹਾਡਾ ਜੋ ਇੱਥੇ ਠੀਕ ਉੱਤਰ ਹੈ ਉਹ ਬਣ ਜਾਣਾ ਆਪਸ਼ਨ ਡੀ ਫਸਲ ਬੀਮਾ। ਹਰੀ ਕ੍ਰਾਂਤੀ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਵਿਲੀਅਮ ਗੌਡ ਦੁਆਰਾ ਕੀਤੀ ਗਈ ਸੀ ਅਤੇ ਨਾਰਮਨ ਬੋਰਲਾਗ ਨੂੰ ਹਰੀ ਕ੍ਰਾਂਤੀ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਹਨਾਂ ਨੂੰ ਹਰੀ ਕ੍ਰਾਂਤੀ ਦਾ ਪਿਤਾ ਇੰਟਰਨੈਸ਼ਨਲ ਲੈਵਲ ਤੇ ਕਿਹਾ ਜਾਂਦਾ ਹੈ, ਜਦ ਕਿ MS ਸਵਾਮੀਨਾਥਨ ਨੂੰ ਇੰਡੀਆ ਦੀ ਹਰੀ ਕ੍ਰਾਂਤੀ ਦਾ ਪਿਤਾ ਕਿਹਾ ਜਾਂਦਾ ਹੈ। ਸਾਲ 1965 ਵਿੱਚ ਭਾਰਤ ਸਰਕਾਰ ਨੇ MS ਸਵਾਮੀਨਾਥਨ ਜੈਨੇਟਿਕਸਿਸ ਦੀ ਮਦਦ ਨਾਲ ਹਰੀ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਸੀ। ਹਰੀ ਕ੍ਰਾਂਤੀ ਦੀ ਲਹਿਰ ਇੱਕ ਬਹੁਤ ਵੱਡੀ ਸਫਲਤਾ ਸੀ ਅਤੇ ਦੇਸ਼ ਦੀ ਸਥਿਤੀ ਨੂੰ ਭੋਜਨ ਦੀ ਘਾਟ ਵਾਲੀ ਆਰਥਿਕਤਾ ਤੋਂ ਦੁਨੀਆ ਦੇ ਪ੍ਰਮੁੱਖ ਖੇਤੀਬਾੜੀ ਦੇਸ਼ਾਂ ਵਿੱਚ ਬਦਲ ਕੇ ਰੱਖ ਦਿੱਤਾ ਸੀ। ਇਹ 1967 ਵਿੱਚ ਸ਼ੁਰੂ ਹੋਇਆ ਅਤੇ 1978 ਤੱਕ ਚੱਲਿਆ ਸੀ। ਅੱਜ ਦਾ ਆਪਣਾ ਕੁਐਸਚਨ ਨੰਬਰ 18, The deltas of Narmada and Tapti rivers of India are an example of। ਭਾਰਤ ਦੀਆਂ ਨਰਮਦਾ ਤੇ ਤਾਪਤੀ ਨਦੀਆਂ ਦਾ ਡੈਲਟਾ ਕਿਸ ਤਰ੍ਹਾਂ ਦੇ ਡੈਲਟੇ ਦੀ ਉਦਾਹਰਨ ਹਨ? ਇਹ ਕੁਐਸਚਨ ਕੋਆਪਰੇਟਿਵ ਇੰਸਪੈਕਟਰ ਸੁਸਾਇਟੀ ਦੇ ਪੇਪਰ ਵਿੱਚ ਸੀ। ਆਪਸ਼ਨ ਏ ਐਸਟੂਰੀਅਨ ਡੈਲਟਾ, ਆਪਸ਼ਨ ਬੀ ਐਕੂਰੇਟ ਡੈਲਟਾ, ਆਪਸ਼ਨ ਸੀ ਟ੍ਰੋਨਕੇਟਿਡ ਡੈਲਟਾ, ਜਾਂ ਫਿਰ ਆਪਸ਼ਨ ਡੀ ਬਲੌਕਡ ਡੈਲਟਾ। ਤਾਂ ਤੁਹਾਡਾ ਜੋ ਠੀਕ ਉੱਤਰ ਹੈ ਉਹ ਹੋ ਜਾਣਾ ਆਪਸ਼ਨ ਏ ਐਸਟੂਰੀਅਨ ਡੈਲਟਾ। ਹੁਣ ਆਪਾਂ ਇਸ ਕੁਐਸਚਨ ਨਾਲ ਰਿਲੇਟਡ ਆਪਾਂ ਕੁਝ ਜ਼ਰੂਰੀ ਤੱਥ ਦੇਖਦੇ ਹਾਂ। ਤਾਂ ਦੋਸਤੋ ਨਰਮਦਾ ਨਦੀ ਦਾ origin ਕੀ ਹੈ? ਨਰਮਦਾ ਨਦੀ ਅੰਬਰਕੰਟਕ ਦੀਆਂ ਪਹਾੜੀਆਂ ਵਿੱਚੋਂ ਨਿਕਲਦੀ ਹੈ ਜੋ ਕਿ ਮੱਧ ਪ੍ਰਦੇਸ਼ ਵਿਖੇ ਸਥਿਤ ਨੇ, ਤੇ ਤਾਪਤੀ ਨਦੀ ਸਤਪੁੜਾ ਰੇਂਜ ਵਿੱਚੋਂ ਨਿਕਲਦੀ ਹੈ, ਇਹ ਵੀ ਆਪਣੇ ਮੱਧ ਪ੍ਰਦੇਸ਼ ਵਿੱਚ ਸਥਿਤ ਹੈ। ਨਰਮਦਾ ਤੇ ਤਾਪਤੀ ਨਦੀਆਂ ਪੂਰਬ ਤੋਂ ਪੱਛਮ ਵੱਲ ਵਹਿੰਦੀਆਂ ਨੇ ਅਤੇ ਇਹ ਦੋਨੋਂ ਨਦੀਆਂ ਅਰਬ ਸਾਗਰ ਵਿੱਚ ਡਿੱਗਦੀਆਂ ਨੇ, ਜਦ ਕਿ ਇੰਡੀਆ ਦੀਆਂ ਜ਼ਿਆਦਾਤਰ ਨਦੀਆਂ ਬੰਗਾਲ ਦੀ ਖਾੜੀ ਵਿੱਚ ਡਿੱਗਦੀਆਂ ਨੇ ਤੇ ਇਹ ਪੱਛਮ ਤੋਂ ਪੂਰਬ ਵੱਲ ਵਹਿੰਦੀਆਂ ਨੇ। ਡੈਲਟਾ ਕੀ ਹੁੰਦੇ ਨੇ? ਡੈਲਟਾ ਵੈਟਲੈਂਡ ਹੁੰਦੇ ਨੇ ਜੋ ਨਦੀਆਂ ਦੇ ਪਾਣੀ ਅਤੇ ਤਲਛਟ ਨੂੰ ਕਿਸੇ ਹੋਰ ਪਾਣੀ ਜਿਵੇਂ ਕਿ ਸਮੁੰਦਰ, ਝੀਲ ਜਾਂ ਕਿਸੇ ਹੋਰ ਨਦੀ ਵਿੱਚ ਖਾਲੀ ਕਰਨ ਦੇ ਰੂਪ ਵਜੋਂ ਬਣਦੇ ਨੇ। ਹਾਲਾਂਕਿ ਬਹੁਤ ਅਸਾਧਾਰਨ ਡੈਲਟਾ ਜ਼ਮੀਨ ਵਿੱਚ ਵੀ ਖਾਲੀ ਹੋ ਜਾਂਦੇ ਨੇ। ਕਈ ਵਾਰ ਤੁਸੀਂ ਸੁਣਿਆ ਹੋਵੇਗਾ ਕਿ ਕੋਈ ਨਦੀ ਸਮੁੰਦਰ ਤੱਕ ਨਹੀਂ ਪਹੁੰਚਦੀ, ਜ਼ਮੀਨ ਵਿੱਚ ਹੀ ਲੁਪਤ ਹੋ ਜਾਂਦੀ ਹੈ। ਡੈਲਟਾ ਨੂੰ ਸ਼ਕਲ ਅਤੇ ਵਿਕਾਸ ਦੇ ਆਧਾਰ ਤੇ ਹੇਠ ਲਿਖੀਆਂ 6 ਕਿਸਮਾਂ ਵਿੱਚ ਵੰਡਿਆ ਗਿਆ ਹੈ। 1 ਐਕੂਰੇਟ ਡੈਲਟਾ, 2 ਬਰਡ ਫੁੱਟ ਡੈਲਟਾ, 3 ਐਸਟੂਰੀਅਨ ਡੈਲਟਾ, 4 ਕੱਟਿਆ ਹੋਇਆ ਡੈਲਟਾ, 5 ਗਰੋਇੰਗ ਵੱਧ ਰਿਹਾ ਡੈਲਟਾ, ਜਾਂ 6 ਬਲੌਕਡ ਡੈਲਟਾ। ਅੱਜ ਦਾ ਆਪਣਾ ਕੁਐਸਚਨ ਨੰਬਰ 19, ਮੈਚ ਦਾ ਲਿਸਟ 1 ਐਂਡ ਲਿਸਟ 2 ਐਂਡ ਸਿਲੈਕਟ ਦਾ ਕਰੈਕਟ ਆਨਸਰ ਫਰੋਮ ਦੀ ਕੋਡ ਗਿਵਨ ਬਿਲੋ। ਤੁਹਾਡੇ ਸਾਹਮਣੇ ਦੋ ਲਿਸਟਾਂ ਦਿੱਤੀਆਂ ਗਈਆਂ ਨੇ। ਫਸਟ ਲਿਸਟ ਵਿੱਚ ਕੁਝ ਟ੍ਰਾਈਬਲ ਗਰੁੱਪਸ ਦੇ ਨਾਮ ਦਿੱਤੇ ਗਏ ਨੇ, ਜਨਜਾਤੀਆਂ ਦੇ ਨਾਮ ਦਿੱਤੇ ਗਏ ਨੇ। ਲਿਸਟ 2 ਵਿੱਚ ਉਹਨਾਂ ਦੀ ਲੋਕੇਸ਼ਨ ਦਿੱਤੀ ਗਈ ਹੈ, ਤੁਸੀਂ ਆਪਸ ਵਿੱਚ ਇਹਨਾਂ ਦਾ ਮਿਲਾਨ ਕਰਨਾ ਹੈ। ਤਾਂ ਦੇਖਦੇ ਹਾਂ ਆਪਣੇ ਕੀ ਉੱਤਰ ਬਣਦੇ ਨੇ। ਆਪਣੇ ਕੋਲ ਏ ਤੇ ਹੈ ਸੇਮਾਗਜ਼ ਜਨਜਾਤੀ। ਸੇਮਾਗਜ਼ ਜਨਜਾਤੀ ਕਿੱਥੋਂ ਦੀ ਰਹਿਣ ਵਾਲੀ ਹੈ? ਤਾਂ ਇਹ ਰਹਿਣ ਵਾਲੀ ਹੈ ਮਲੇਸ਼ੀਆ ਦੀ। ਤਾਂ ਤੁਸੀਂ ਏ ਦਾ ਮਿਲਾਨ ਕਰਨਾ 1 ਨਾਲ। 2 ਤੇ ਹੈ ਬੋਰੋਜ਼। ਬਰੋਜ਼ ਜਨਜਾਤੀ ਰਹਿਣ ਵਾਲੀ ਹੈ ਪੱਛਮੀ ਐਮਾਜ਼ਨ ਬੇਸਿਨ ਦੀ, ਇਹ ਐਮਾਜ਼ਨ ਦੇ ਜੰਗਲਾਂ ਵਿੱਚ ਰਹਿੰਦੀ ਹੈ ਬੋਰੋਸ। ਤਾਂ B ਦਾ ਆਪਾਂ ਮਿਲਾਨ ਕਰਾਂਗੇ 3 ਨਾਲ। ਮਸਾਈਸ ਕਿੱਥੋਂ ਦੇ ਵਾਸੀ ਨੇ? ਤਾਂ ਇਹ ਨੇ ਆਪਣੇ ਪੂਰਬੀ ਅਫਰੀਕਾ ਦੇ। ਤਾਂ C ਦਾ ਮਿਲਾਨ ਆਪਾਂ ਕਰਾਂਗੇ 2 ਨਾਲ। ਕਿਰਗਿਜ਼ ਕਿੱਥੋਂ ਦੇ ਵਾਸੀ ਨੇ? ਤਾਂ ਇਹ ਨੇ ਮੱਧ ਏਸ਼ੀਆ ਦੇ। ਤਾਂ D ਦਾ ਆਪਾਂ ਮਿਲਾਨ ਕਰਾਂਗੇ ਮੱਧ ਏਸ਼ੀਆ ਨਾਲ। ਅੱਜ ਦਾ ਆਪਣਾ ਕੁਐਸਚਨ ਨੰਬਰ 20, The cornerstone of the foundation of Shri Harmandir Sahib was laid
laid down by ਸ਼੍ਰੀ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਕਿਸ ਮੁਸਲਿਮ ਸੂਫੀ ਸੰਤ ਦੁਆਰਾ ਰੱਖਿਆ ਗਿਆ ਸੀ? ਤੁਹਾਡੇ ਆਪਸ਼ਨ ਨੇ, ਆਪਸ਼ਨ ਏ ਬੁੱਲੇ ਸ਼ਾਹ, ਆਪਸ਼ਨ ਬੀ ਮੀਆਂ ਮੀਰ, ਆਪਸ਼ਨ ਸੀ ਵਾਰਿਸ ਸ਼ਾਹ ਜਾਂ ਫਿਰ ਆਪਸ਼ਨ ਡੀ ਸੈयद ਅਲੀ। ਤਾਂ ਦੋਸਤੋ ਇਹ ਕੁਐਸਚਨ ਪੇਪਰਾਂ ਵਿੱਚ ਵਾਰ-ਵਾਰ ਰਿਪੀਟ ਹੋਣ ਵਾਲਾ, ਪੰਜਾਬ ਪਟਵਾਰੀ ਦੇ ਪੇਪਰ ਵਿੱਚ ਵੀ ਇਹ ਕੁਐਸਚਨ ਪੁੱਛਿਆ ਗਿਆ। ਤਾਂ ਜੋ ਤੁਹਾਡਾ ਇੱਥੇ ਠੀਕ ਉੱਤਰ ਹੈ ਉਹ ਹੈ ਆਪਸ਼ਨ ਬੀ ਸੂਫੀ ਸੰਤ ਮੀਆਂ ਮੀਰ ਜੀ। ਉਹਨਾਂ ਨੇ 1588 ਈਸਵੀ ਵਿੱਚ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ। ਤਾਂ ਦੋਸਤੋ ਅੱਜ ਦਾ ਆਪਣਾ ਆਖਰੀ ਕੁਐਸਚਨ ਨੰਬਰ 21, what did the first electronic digital computer contain? ਪਹਿਲੇ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਵਿੱਚ ਕੀ ਸੀ? ਆਪਸ਼ਨ ਏ ਟ੍ਰਾਂਸਿਸਟਰ, ਆਪਸ਼ਨ ਬੀ ਸੈਮੀਕੰਡਕਟਰ ਮੈਮਰੀ, ਆਪਸ਼ਨ ਸੀ ਇਲੈਕਟ੍ਰੋਨਿਕ ਵਾਲਵਸ ਜਾਂ ਫਿਰ ਆਪਸ਼ਨ ਡੀ ਵੈਕਿਊਮ ਟਿਊਬਸ। ਤਾਂ ਜੋ ਇੱਥੇ ਤੁਹਾਡਾ ਠੀਕ ਉੱਤਰ ਹੈ ਉਹ ਹੈ ਆਪਸ਼ਨ ਡੀ ਵੈਕਿਊਮ ਟਿਊਬ। ਹੁਣ ਆਪਾਂ ਇਸ ਕੁਐਸਚਨ ਨਾਲ ਰਿਲੇਟਡ ਕੁਝ ਜ਼ਰੂਰੀ ਤੱਥ ਦੇਖਦੇ ਆ। ਤਾਂ ਇੱਥੇ ਕੁਝ ਕੰਪਿਊਟਰ ਦੀਆਂ ਜਨਰੇਸ਼ਨਸ ਦੇ ਨਾਮ ਦਿੱਤੇ ਨੇ। ਫਸਟ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਕੀ ਵਰਤਿਆ ਗਿਆ ਸੀ? ਫਸਟ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਵੈਕਿਊਮ ਟਿਊਬਸ। ਤੇ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਕੀ ਸੀ? ਇਹਨਾਂ ਵਿੱਚ ਮਸ਼ੀਨੀ ਲੈਂਗੁਏਜ ਵਰਤੀ ਜਾਂਦੀ ਸੀ ਤੇ ਇਹ ਸਾਈਜ਼ ਵਿੱਚ ਕਾਫੀ ਵੱਡੇ ਸੀ, ਹਾਈਲੀ ਐਕਸਪੈਂਸਿਵ ਸੀ, ਬਹੁਤ ਮਹਿੰਗੇ ਸੀ ਤੇ ਹਾਈਲੀ ਕੰਜ਼ੰਪਸ਼ਨ ਆਫ ਇਲੈਕਟ੍ਰਿਸਿਟੀ ਤੇ ਬਿਜਲੀ ਦੀ ਖਪਤ ਬਹੁਤ ਕਰਦੇ ਸੀ। ਆਪਣੇ ਫਸਟ ਜਨਰੇਸ਼ਨ ਦੇ ਕੁਝ ਕੰਪਿਊਟਰਾਂ ਦੇ ਨਾਮ ਨੇ ਐਨੀਐਕ, ਯੂਨੀਵੈਕ, ਐਡਵੈਕ, ਐਡਸਕ ਤੇ IBM। ਸੈਕੰਡ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਟ੍ਰਾਂਸਿਸਟਰ ਤੇ ਮੈਗਨੇਟਿਕ ਟੇਪਸ ਦਾ ਇਸਤੇਮਾਲ ਕੀਤਾ ਜਾਂਦਾ ਸੀ ਤੇ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਕੀ ਸੀ? ਇਹ ਬੈਚ ਪ੍ਰੋਸੈਸਿੰਗ, ਮਲਟੀ ਪ੍ਰੋਗਰਾਮਿੰਗ ਆਪਰੇਟਿੰਗ ਸਿਸਟਮ, ਐਕਸਪੈਂਸਿਵ ਸੀ ਤੇ ਫੋਰਟਰਾਨ ਤੇ ਕਬੋਲ ਭਾਸ਼ਾ ਦੀ ਵਰਤੋਂ ਕਰਦੇ ਸੀ। ਥਰਡ ਜਨਰੇਸ਼ਨ ਵਿੱਚ ਇੰਟੀਗ੍ਰੇਟਿਡ ਸਰਕਟ ਦਾ ਇਸਤੇਮਾਲ ਹੋਇਆ ਸੀ। ਇਹ ਰਿਮੋਟ ਪ੍ਰੋਸੈਸਿੰਗ, ਟਾਈਮ ਸ਼ੇਅਰਿੰਗ, ਮਲਟੀ ਪ੍ਰੋਗਰਾਮਿੰਗ ਵਿਸ਼ੇਸ਼ਤਾਵਾਂ ਰੱਖਦੇ ਸੀ। ਫਾਸਟਰ ਸੀ, ਕੰਪੈਕਟ ਐਂਡ ਚਿਪਰ ਸੀ, ਕੁਝ ਸਸਤੇ ਹੋ ਗਏ ਸੀ ਤੇ ਇਹ ਪਾਸਕਲ ਬੇਸਿਕ ਐਲਗੋਲ ਲੈਂਗੁਏਜ ਦਾ ਇਸਤੇਮਾਲ ਕਰਦੇ ਸੀ। ਹਾਂ ਦੋਸਤੋ, ਫੋਰਥ ਜਨਰੇਸ਼ਨ ਵਿੱਚ VLSI ਮਾਈਕਰੋ ਪ੍ਰੋਸੈਸਰਾਂ ਦਾ ਇਸਤੇਮਾਲ ਕੀਤਾ ਗਿਆ ਸੀ। VLSI ਦੀ ਫੁੱਲ ਫਾਰਮ ਹੈ ਵੈਰੀ ਲਾਰਜ ਸਕੇਲ ਇੰਟੀਗ੍ਰੇਟਿਡ। ਤਾਂ ਇਹਨਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸੀ? ਟਾਈਮ ਸ਼ੇਅਰਿੰਗ, ਰੀਅਲ ਟਾਈਮ ਨੈਟਵਰਕਸ ਤੇ ਇਹ ਸੀ ਫਾਸਟਰ ਸੀ, ਕੰਪੈਕਟ ਐਂਡ ਅਫੋਰਡੇਬਲ ਸੀ। ਇਹ ਕਿਹੜੀਆਂ ਭਾਸ਼ਾਵਾਂ ਇਸਤੇਮਾਲ ਕਰਦੇ ਸੀ? C++ ਤੇ ਡਾਟਾਬੇਸ ਮੈਨੇਜਮੈਂਟ ਦਾ। ਆਪਣਾ ਫਿਫਥ ਜਨਰੇਸ਼ਨ ਵਿੱਚ ULSI ਮਾਈਕਰੋ ਪ੍ਰੋਸੈਸਰ ਸਰਕਿਟਸ ਦਾ ਇਸਤੇਮਾਲ ਹੋਇਆ ਸੀ। ULSI ਦੀ ਫੁੱਲ ਫਾਰਮ ਹੈ ਅਲਟਰਾ ਲਾਰਜ ਸਕੇਲ ਇੰਟੀਗ੍ਰੇਟਿਡ। ਤਾਂ ਦੋਸਤੋ ਇਹਨਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਹੋਇਆ। ਪੈਰਲਲ ਪ੍ਰੋਸੈਸਿੰਗ ਹੈ ਤਾਂ ਇਹ ਜਾਵਾ, C++, .NET ਇਹਨਾਂ ਦਾ ਇਸਤੇਮਾਲ ਕਰਦੇ ਨੇ। ਤਾਂ ਕੁਝ ਆਪਣੇ ਜੋ ਫਿਫਥ ਜਨਰੇਸ਼ਨ ਦੇ ਮਹੱਤਵਪੂਰਨ ਕੰਪਿਊਟਰ ਨੇ ਕਿਹੜੇ ਨੇ? IBM, ਪੈਂਟੀਅਮ ਤੇ ਪਰਮ। ਸੋ ਦੋਸਤੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਸ ਕਲਾਸ ਦਾ ਸਮਾਪਨ ਹੁੰਦਾ ਹੈ। ਤੁਹਾਨੂੰ ਕਲਾਸ ਕਿਸ ਤਰ੍ਹਾਂ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣੇ ਨੇ ਤੇ ਨਾਲ ਹੀ ਤੁਸੀਂ ਸਾਡੇ ਚੈਨਲ GK ਬੂਸਟਰ ਨੂੰ ਸਬਸਕ੍ਰਾਈਬ ਕਰਨਾ ਤੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਉਂਦੇ ਰਹੋ ਜੀ।